ਵਿਆਹ ਤੋਂ 10 ਸਾਲ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਤਲਾਕ ਦੇ ਦਿੱਤਾ। ਮੈਂ ਆਪਣੀ ਮਾਂ ਕੋਲ ਆ ਗਈ। ਮਾਂ ਦੇ ਘਰ ਜੋ ਨੌਕਰਾਣੀ ਕੰਮ ਕਰਦੀ ਸੀ, ਉਸ ਨੇ ਮੈਨੂੰ ਕਿਹਾ ਕਿ ਤੇਰੇ ਨਸੀਬ ਤੇਰੀ ਮਾਂ ਨੇ ਹੀ ਫੋੜੇ ਨੇ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਇਹ ਕੀ ਬੋਲ ਰਹੀ ਹੈ। ਪਰ ਇੱਕ ਦਿਨ ਮੇਰੀ ਮਾਂ ਦੀ ਸਿਹਤ ਖਰਾਬ ਹੋ ਗਈ ਸੀ। ਉਸ ਨੂੰ ਲੈ ਕੇ ਸਭ ਹਸਪਤਾਲ ਚਲੇ ਗਏ। ਮੈਂ ਪੈਸੇ ਲੈਣ ਮਾਂ ਦੇ ਕਮਰੇ ਵਿੱਚ ਗਈ। ਮੇਰੀ ਨਜ਼ਰ ਮੇਰਾ ਘਰ ਵਾਲਾ ਸਵੇਰ ਦਾ ਘਰ ਤੋਂ ਨਿਕਲਿਆ ਹਾਲੇ ਤੱਕ ਨਹੀਂ ਸੀ ਆਇਆ। ਬਹੁਤ ਰਾਤ ਹੋ ਗਈ ਸੀ ਤੇ ਅਸਮਾਨ ਵਿੱਚ ਬੱਦਲ ਵੀ ਲਿਸ਼ਕ ਰਿਹਾ ਸੀ। ਫਿਰ ਥੋੜ੍ਹੀ ਦੇਰ ਬਾਅਦ ਬਹੁਤ ਤੇਜ਼ ਬਿਜਲੀ ਚਮਕੀ। ਮੈਂ ਡਰ ਗਈ। ਇਹ ਸਭ ਦੇਖ ਕੇ ਮੈਨੂੰ ਡਰ ਲੱਗਾ ਅਤੇ ਰੋਹਨ ਦੀ ਫਿਕਰ ਵੀ ਹੋਣ ਲੱਗੀ ਕਿਉਂਕਿ ਹਾਲੇ ਤੱਕ ਉਹ ਘਰ ਨਹੀਂ ਸੀ ਆਇਆ। ਬਹੁਤ ਰਾਤ ਹੋ ਗਈ ਸੀ। ਫਿਰ ਅਚਾਨਕ ਰੋਹਨ ਆ ਗਿਆ। ਉਸ ਨੂੰ ਦੇਖ ਕੇ ਮੇਰੀ ਜਾਨ ਵਿੱਚ ਜਾਨ ਆਈ ਤੇ ਅੱਖਾਂ ਵਿੱਚ ਹੰਝੂ ਆ ਗਏ। ਰੋਹਨ ਨੇ ਮੈਨੂੰ ਰੋਂਦੇ ਹੋਏ ਦੇਖ ਕੇ ਪੁੱਛਿਆ ਕਿ ਤੂੰ ਰੋ ਕਿਉਂ ਰਹੀ ਹੈ। ਰੋਹਨ ਦੇ ਇਸ ਸਵਾਲ ਤੇ ਮੈਨੂੰ ਬਹੁਤ ਗੁੱਸਾ ਆਇਆ। ਮੈਨੂੰ ਫਿਕਰ ਹੋ ਰਹੀ ਸੀ। ਬਿਜਲੀ ਕੜਕ ਰਹੀ ਸੀ, ਬਾਰਿਸ਼ ਹੋ ਰਹੀ ਸੀ। ਮੇਰਾ ਦਿਲ ਬੈਠਾ ਜਾ ਰਿਹਾ ਸੀ। ਮੈਂ ਕਿਹਾ, ਮੈਨੂੰ ਤੁਹਾਡੀ। ਰੋਹਨ ਨੇ ਮੇਰਾ ਹੱਥ ਫੜ ਲਿਆ ਤੇ ਕਿਹਾ, ਤੈਨੂੰ ਮੇਰੀ ਇੰਨੀ ਫਿਕਰ ਕਿਉਂ ਹੁੰਦੀ ਹੈ। ਮੈਂ ਕਿਹਾ, ਰੋਹਨ, ਮੈਂ ਤੈਨੂੰ ਪਿਆਰ ਕਰਦੀ ਹਾਂ। ਰੋਹਨ ਨੇ ਕਿਹਾ, ਪਰ ਮੈਨੂੰ ਤਾਂ ਤੇਰੇ ਤੋਂ ਨਫ਼ਰਤ ਹੋ ਗਈ ਹੈ। 10 ਸਾਲਾਂ ਵਿੱਚ ਤੂੰ ਮੈਨੂੰ ਦਿੱਤਾ ਹੀ ਕੀ ਹੈ। ਔਲਾਦ ਦੀ ਤਮੰਨਾ ਮੈਨੂੰ ਅੰਦਰੋਂ ਅੰਦਰ ਖਾ ਰਹੀ ਹੈ, ਪਰ ਤੂੰ ਮੈਨੂੰ ਇੱਕ ਬੱਚਾ ਨਹੀਂ ਦੇ ਸਕੀ। ਵਿਆਹ ਦੇ ਇੰਨੇ ਸਾਲ ਮੈਂ ਤੈਨੂੰ ਕੁਝ ਨਾ ਕਿਹਾ ਕਿ ਤੇਰੇ ਦਿਲ ਨੂੰ ਠੇਸ ਨਾ ਪਹੁੰਚੇ, ਪਰ ਹੁਣ ਬਸ ਹੋਰ ਬਰਦਾਸ਼ਤ ਨਹੀਂ ਹੁੰਦਾ। ਮੈਂ ਕਿੰਨੀ ਦੇਰ ਬੇਔਲਾਦ ਰਹੂੰਗਾ। ਮੈਂ ਤੈਨੂੰ ਤਲਾਕ ਦੇ ਰਿਹਾ ਹਾਂ। ਤੂੰ ਚਾਹੇ ਤਾਂ ਆਪਣੀ ਮਾਂ ਦੇ ਘਰ ਜਾ ਸਕਦੀ ਹੈ। ਤਲਾਕ ਦੇ ਪੇਪਰ ਤੈਨੂੰ ਉੱਥੇ ਹੀ ਭੇਜ ਦੇਣੇ ਹਨ। ਰੋਹਨ ਦੀ ਗੱਲ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ ਸੀ ਕਿ ਉਸ ਨੂੰ ਅਚਾਨਕ ਕੀ ਹੋ ਗਿਆ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਭਰ ਗਏ। ਮੈਨੂੰ ਰੋਹਨ ਨੇ ਉਸ ਜੁਰਮ ਦੀ ਸਜ਼ਾ ਸੁਣਾਈ ਸੀ ਜਿਸ ਵਿੱਚ ਮੇਰਾ ਕੋਈ ਕਸੂਰ ਨਹੀਂ ਸੀ। ਮੈਂ ਸਾਰੀ ਰਾਤ ਰੋਂਦੀ ਰਹੀ ਅਤੇ ਸਵੇਰ ਨੂੰ ਆਪਣਾ ਸਮਾਨ ਪੈਕ ਕੀਤਾ ਅਤੇ ਚੁੱਪਚਾਪ ਆਪਣੇ ਪੇਕੇ ਆ ਗਈ ਸੀ। ਪੇਕੇ ਜਾਂਦੀ ਹੋਈ ਮੈਂ ਸੋਚ ਰਹੀ ਸੀ ਕਿ ਜੇਕਰ ਮੇਰੀ ਮਾਂ ਨੂੰ ਪਤਾ ਲੱਗਾ ਕਿ ਮੈਨੂੰ ਮੇਰੇ ਘਰ ਵਾਲੇ ਨੇ ਛੱਡ ਦਿੱਤਾ ਤਾਂ ਉਸ 'ਤੇ ਕੀ ਅਸਰ ਹੋਊਗਾ। ਇਹ ਸੋਚਦੀ ਮੈਂ ਆਪਣੇ ਪੇਕੇ ਪੁੱਜ ਗਈ। ਮੇਰਾ ਪਿਓ ਅਖਬਾਰ ਪੜ੍ਹ ਰਿਹਾ ਸੀ। ਮੈਨੂੰ ਦੇਖਦੇ ਹੀ ਮੇਰੇ ਕੋਲ ਆ ਗਏ ਅਤੇ ਪੁੱਛਣ ਲੱਗੇ, ਕੀ ਹੋਇਆ ਰੀਤ, ਤੂੰ ਇੰਨੀ ਸਵੇਰੇ, ਸਭ ਠੀਕ ਹੈ। ਮੈਂ ਕਿਹਾ ਕਿ ਕੁਝ ਵੀ ਠੀਕ ਨਹੀਂ ਹੈ। ਰੋਹਨ ਨੇ ਮੈਨੂੰ ਇਹ ਗੱਲ ਸੁਣ ਕੇ ਮੇਰਾ ਪਿਓ ਉੱਥੇ ਹੀ ਗਿਰ ਗਿਆ। ਮੇਰੀ ਮਾਂ ਰਸੋਈ ਵਿੱਚ ਸੀ। ਮੇਰੇ ਪਿਓ ਦੇ ਗਿਰਨ ਦੀ ਆਵਾਜ਼ ਸੁਣ ਕੇ ਉਹ ਦੌੜ ਕੇ ਆਈ। ਅਸੀਂ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਗਏ। ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ। ਫਿਰ ਡਾਕਟਰ ਨੇ ਕੁਝ ਦਵਾਈ ਦਿੱਤੀ ਤੇ ਕਿਹਾ ਕਿ ਇਹਨਾਂ ਦਾ ਧਿਆਨ ਰੱਖੋ। ਅਸੀਂ ਦਵਾਈ ਲੈ ਕੇ ਘਰ ਆ ਗਏ। ਮੈਂ ਬਹੁਤ ਉਦਾਸ ਸੀ ਕਿ ਮੇਰੇ ਕਰਕੇ ਮੇਰੇ ਪਿਓ ਦੀ ਇਹ ਹਾਲਤ ਹੋ ਗਈ ਸੀ। ਮੇਰੀ ਮਾਂ ਨੇ ਮੇਰੇ ਮੂੰਹ ਤੇ ਅਫਸੋਸ ਦੇਖ ਕੇ ਕਿਹਾ, ਰੀਤ, ਇਹ ਸਭ ਕਰਮਾਂ ਦਾ ਹਿਸਾਬ ਹੈ। ਤੇਰਾ ਇਸ ਵਿੱਚ ਕੋਈ ਕਸੂਰ ਨਹੀਂ ਹੈ। ਤੂੰ ਤਾਂ ਪਹਿਲਾਂ ਹੀ ਇੰਨੀ ਵੱਡੀ ਸਜ਼ਾ ਭੁਗਤ ਰਹੀ ਹੈ। ਮੇਰੀ ਮਾਂ ਨੇ ਮੈਨੂੰ ਹੌਸਲਾ ਦਿੱਤਾ। ਉਸ ਦਿਨ ਤੋਂ ਮੈਂ ਆਪਣੇ ਮਾਂ-ਪਿਓ ਦੀ ਸੇਵਾ ਵਿੱਚ ਸਮਾਂ ਬਤੀਤ ਕਰਨ ਲੱਗੀ। ਜਦੋਂ ਮੈਂ ਇਕੱਲੀ ਹੁੰਦੀ ਤੇ ਮੈਂ ਸੋਚਦੀ ਕਿ ਮੈਨੂੰ ਇੰਨਾ ਪਿਆਰ ਕਰਨ ਵਾਲਾ ਮੇਰਾ ਘਰ ਵਾਲਾ, ਉਸ ਨੂੰ ਕੀ ਹੋ ਗਿਆ ਸੀ। ਉਸ ਨੇ ਮੈਨੂੰ ਅਚਾਨਕ ਹੀ ਛੱਡ ਦਿੱਤਾ ਸੀ। ਇਹ ਸਵਾਲ ਮੇਰੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਸਨ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ। ਸਾਡੀ ਨੌਕਰਾਣੀ ਮੇਰੇ ਕਮਰੇ ਵਿੱਚ ਸਫਾਈ ਕਰਨ ਲਈ ਆਈ। ਮੈਂ ਬੈਠੀ ਰੋ ਰਹੀ ਸੀ। ਉਸ ਨੇ ਮੈਨੂੰ ਰੋਂਦੇ ਦੇਖ ਕੇ ਕਿਹਾ, ਕਿ ਦੀਦੀ, ਇੱਕ ਗੱਲ ਕਹਾਂ। ਮੈਂ ਕਿਹਾ, ਹਾਂ ਕਹਿ, ਕੀ ਗੱਲ ਹੈ। ਉਸ ਨੇ ਕਿਹਾ ਕਿ ਦੀਦੀ, ਮੈਨੂੰ ਅੱਜ ਕੱਲ੍ਹ ਦੇ ਲੋਕਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਿੱਦਾਂ ਉਹ ਦੂਜੇ ਦਾ ਘਰ ਖਰਾਬ ਕਰਕੇ ਖੁਸ਼ ਹੁੰਦੇ ਹਨ। ਮੈਂ ਘਬਰਾ ਕੇ ਕਿਹਾ, ਕੀ ਮਤਲਬ ਤੇਰਾ। ਉਸ ਨੇ ਜੋ ਕਿਹਾ ਮੈਂ ਤਾਂ ਸੁੰਨ ਹੋ ਗਈ ਸੀ। ਉਸ ਨੇ ਕਿਹਾ, ਦੀਦੀ, ਤੁਹਾਡੀ ਮਾਂ ਹੀ ਤੁਹਾਡੀ ਇਸ ਹਾਲਤ ਦੀ ਜ਼ਿੰਮੇਵਾਰ ਹੈ।
ਉਹ ਤੁਹਾਨੂੰ ਇਸ ਹਾਲ ਵਿੱਚ ਦੇਖ ਕੇ ਬਹੁਤ ਖੁਸ਼ ਹੁੰਦੀ ਹੋਣੀ। ਉਸ ਦੀ ਗੱਲ 'ਤੇ ਮੈਂ ਝੱਟ ਉੱਠ ਕੇ ਬੈਠ ਗਈ। ਮੈਂ ਕਿਹਾ ਕਿ ਤੂੰ ਇਹ ਕੀ ਬੋਲ ਰਹੀ ਹੈ? ਉਸ ਨੇ ਕਿਹਾ ਮੈਂ ਜੋ ਕਹਿ ਰਹੀ ਹਾਂ ਬਿਲਕੁਲ ਸੱਚ ਬੋਲ ਰਹੀ ਹਾਂ। ਉਹ ਮੈਨੂੰ ਕੁਝ ਦੱਸਦੀ ਇਸ ਤੋਂ ਪਹਿਲਾਂ ਮਾਂ ਕਮਰੇ ਵਿੱਚ ਆ ਗਈ ਅਤੇ ਉਸ ਨੂੰ ਘੂਰਨ ਲੱਗੀ ਅਤੇ ਬੋਲੀ, ਤੂੰ ਇੱਥੇ ਬਹਿ ਕੇ ਗੱਲਾਂ ਮਾਰ ਰਹੀ ਹੈ, ਬਾਕੀ ਕੰਮ ਕੌਣ ਕਰੂਗਾ? ਚੱਲ ਉੱਠ ਤੇ ਜਾ ਕੇ ਕੰਮ ਕਰ। ਉਸ ਦੇ ਜਾਣ ਤੋਂ ਬਾਅਦ ਮੇਰੀ ਮਾਂ ਕਹਿਣ ਲੱਗੀ, ਰੀਤ, ਨੀਲਮ ਨਾਲ ਜ਼ਿਆਦਾ ਗੱਲਾਂ ਨਾ ਕਰਿਆ ਕਰ। ਇਹ ਇੱਕ ਨੰਬਰ ਦੀ ਝੂਠੀ ਤੇ ਮੱਕਾਰ ਔਰਤ ਹੈ। ਲੋਕਾਂ ਦੇ ਘਰਾਂ ਵਿੱਚ ਅੱਧੀਆਂ ਅਧੂਰੀਆਂ ਗੱਲਾਂ ਦੱਸਦੀ ਹੈ। ਮੈਂ ਮਾਂ ਨੂੰ ਕਿਹਾ, ਪਰ ਨੀਲਮ ਏਦਾਂ ਦੀ ਤਾਂ ਨਹੀਂ ਲੱਗਦੀ। ਮਾਂ ਨੇ ਕਿਹਾ, ਤੂੰ ਸ਼ਕਲ ਸੂਰਤ ਤੇ ਨਾ ਜਾਇਆ ਕਰ। ਰੋਹਨ ਦੀ ਸ਼ਕਲ ਤੈਨੂੰ ਬਹੁਤ ਵਧੀਆ ਲੱਗਦੀ ਸੀ। ਯਾਦ ਹੈ ਕਿੱਦਾਂ ਉਸ ਦੇ ਪਿਆਰ ਵਿੱਚ ਪਾਗਲ ਹੋ ਗਈ ਸੀ। ਮੇਰੇ ਤੇ ਆਪਣੇ ਪਿਓ ਦੀ ਤੂੰ ਇੱਕ ਗੱਲ ਨਾ ਮੰਨੀ। ਸਾਡੇ ਲੱਖ ਵਾਰ ਮਨਾ ਕਰਨ ਤੇ ਵੀ ਉਸ ਨਾਲ ਵਿਆਹ ਕਰਵਾਉਣ ਲਈ ਸਾਨੂੰ ਮਨਾ ਹੀ ਲਿਆ ਸੀ, ਤੇ ਹੁਣ ਦੇਖ ਉਸ ਨੇ ਤੇਰੇ ਪਿਆਰ ਦਾ ਮਾਣ ਰੱਖਿਆ। ਔਲਾਦ ਤਾਂ ਬਹੁਤ ਲੋਕਾਂ ਦੀ ਨਹੀਂ ਹੁੰਦੀ, ਫਿਰ ਕੀ ਉਹ ਆਪਣੀਆਂ ਘਰ ਵਾਲੀਆਂ ਛੱਡ ਦਿੰਦੇ ਨੇ? ਮਾਂ ਦੀਆਂ ਗੱਲਾਂ ਸੁਣ ਕੇ ਮੈਂ ਬੁਰੀ ਤਰ੍ਹਾਂ ਕੰਬ ਗਈ ਅਤੇ ਫਿਰ ਉਹ ਜ਼ੋਰ ਦੀ ਦਰਵਾਜ਼ਾ ਬੰਦ ਕਰਕੇ ਚਲੀ ਗਈ। ਮਾਂ ਨੇ ਮੈਨੂੰ ਉਹ ਦਿਨ ਯਾਦ ਕਰਵਾ ਦਿੱਤੇ ਜਿਸ ਨੂੰ ਮੈਂ ਯਾਦ ਨਹੀਂ ਕਰਨਾ ਚਾਹੁੰਦੀ ਸੀ। ਮੈਨੂੰ ਉਹ ਜ਼ਮਾਨਾ ਯਾਦ ਆ ਗਿਆ ਜਦੋਂ ਮੈਂ ਤੇ ਰੋਹਨ ਕਾਲਜ ਵਿੱਚ ਪੜ੍ਹਦੇ ਸੀ। ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਫਿਰ ਇੱਕ ਦਿਨ ਤੇਜ਼ ਬਿਜਲੀ ਚਮਕੀ, ਬਾਰਿਸ਼ ਹੋਈ ਸੀ। ਬਿਜਲੀ ਦੀ ਕੜਕ ਨਾਲ ਮੈਂ ਬੁਰੀ ਤਰ੍ਹਾਂ ਡਰ ਗਈ ਸੀ ਅਤੇ ਸਭ ਮੇਰਾ ਮਜ਼ਾਕ ਉਡਾਉਣ ਲੱਗੇ ਸੀ। ਫਿਰ ਮੇਰਾ ਸਾਥ ਰੋਹਨ ਨੇ ਦਿੱਤਾ ਸੀ। ਉਹ ਮੇਰਾ ਕਲਾਸਮੇਟ ਸੀ। ਉਸਨੇ ਕਿਹਾ, ਮੇਰੀ ਛੋਟੀ ਭੈਣ ਤੇਰੇ ਵਰਗੀ ਹੈ, ਉਹ ਵੀ ਬਿਜਲੀ ਦੀ ਕੜਕ ਨਾਲ ਡਰਦੀ ਹੈ। ਫਿਰ ਉਸਨੇ ਮੇਰਾ ਦਿਲ ਬਹਿਲਾਉਣ ਲਈ ਕਈ ਗੱਲਾਂ ਕੀਤੀਆਂ। ਉਸ ਦਿਨ ਉਸਨੇ ਮੇਰਾ ਬਹੁਤ ਧਿਆਨ ਰੱਖਿਆ। ਮੈਂ ਉਸ ਦੇ ਇਸ ਵਰਤਾਵ ਤੋਂ ਬਹੁਤ ਖੁਸ਼ ਹੋਈ ਸੀ ਕਿ ਕੋਈ ਤਾਂ ਹੈ ਜੋ ਮੈਨੂੰ ਸਮਝਦਾ ਹੈ, ਨਹੀਂ ਤਾਂ ਸਾਰੇ ਹੀ ਮੇਰਾ ਮਜ਼ਾਕ ਉਡਾਉਣ ਵਿੱਚ ਲੱਗ ਜਾਂਦੇ ਨੇ। ਫਿਰ ਇੱਦਾਂ ਹੀ ਸਾਡੀ ਦੋਸਤੀ ਹੋ ਗਈ ਅਤੇ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਉਸ ਦਿਨ ਤੋਂ ਰੋਹਨ ਨੇ ਮੇਰਾ ਬਹੁਤ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਇੱਦਾਂ ਹੀ ਨਾਲ ਪੜ੍ਹਦੇ ਪੜ੍ਹਦੇ ਸਾਡੀ ਪੜ੍ਹਾਈ ਪੂਰੀ ਹੋ ਗਈ ਸੀ। ਫਿਰ ਮੇਰੇ ਘਰ ਮੇਰੇ ਰਿਸ਼ਤੇ ਦੀ ਗੱਲ ਚੱਲਣ ਲੱਗੀ। ਪਾਪਾ ਦੇ ਦੂਰ ਦੇ ਰਿਸ਼ਤੇਦਾਰਾਂ ਵਿੱਚ ਮੇਰਾ ਰਿਸ਼ਤਾ ਤੈਅ ਕਰ ਦਿੱਤਾ। ਮੈਂ ਪਾਪਾ ਦੀ ਗੱਲ ਸੁਣ ਕੇ ਘਬਰਾ ਗਈ ਅਤੇ ਰੋਹਨ ਨੂੰ ਫੋਨ ਕਰ ਦਿੱਤਾ। ਮੈਂ ਉਸ ਨੂੰ ਕਿਹਾ ਕਿ ਮੇਰੇ ਪਾਪਾ ਨੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਹੈ, ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਉਸ ਨੇ ਹੱਸਦੇ ਹੋਏ ਕਿਹਾ, ਤੂੰ ਮੈਨੂੰ ਪਿਆਰ ਕਰਦੀ ਹੈ, ਇਸ ਲਈ ਤੈਨੂੰ ਸਮਝ ਨਹੀਂ ਆ ਰਿਹਾ। ਰੋਹਨ ਨੇ ਮੈਨੂੰ ਉਸ ਦਿਨ ਪ੍ਰਪੋਜ਼ ਕਰ ਦਿੱਤਾ। ਮੈਂ ਖੁਸ਼ੀ ਨਾਲ ਨੱਚਣ ਲੱਗੀ ਅਤੇ ਫੋਨ ਰੱਖ ਕੇ ਮੈਂ ਬਾਹਰ ਗਈ ਤੇ ਮਾਂ ਨੂੰ ਲੱਭਣ ਲੱਗੀ। ਮਾਂ ਆਪਣੇ ਕਮਰੇ ਵਿੱਚ ਸੀ। ਮੈਂ ਕਿਹਾ ਕਿ ਮਾਂ, ਮੈਨੂੰ ਰੋਹਨ ਨੇ ਪ੍ਰਪੋਜ਼ ਕਰ ਦਿੱਤਾ। ਤੁਸੀਂ ਜਿੱਥੇ ਮੇਰਾ ਰਿਸ਼ਤਾ ਤੈਅ ਕੀਤਾ ਹੈ ਮਨਾ ਕਰ ਦੇਵੋ, ਮੈਂ ਤਾਂ ਰੋਹਨ ਨਾਲ ਵਿਆਹ ਕਰਵਾਉਣਾ ਹੈ। ਮਾਂ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਅਤੇ ਕਿਹਾ, ਤੂੰ ਹੁਣ ਆਪਣੇ ਪਿਓ ਦੇ ਖਿਲਾਫ ਜਾਵੇਂਗੀ? ਅਜਿਹਾ ਕਦੀ ਸੋਚ ਵੀ ਨਾ ਲਈ। ਮੈਂ ਮਾਂ ਦਾ ਇਹੋ ਜਿਹਾ ਵਰਤਾਵ ਦੇਖ ਕੇ ਦੁਖੀ ਹੋ ਗਈ, ਕਿਉਂਕਿ ਮਾਂ ਨੇ ਅੱਜ ਤੱਕ ਕਦੀ ਮੈਨੂੰ ਇੰਨੇ ਗੁੱਸੇ ਵਿੱਚ ਨਹੀਂ ਬੋਲਿਆ ਸੀ। ਮੈਂ ਉਦਾਸ ਹੋ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਕਮਰੇ ਨੂੰ ਬੰਦ ਕਰ ਲਿਆ। ਰਾਤ ਨੂੰ ਜਦੋਂ ਮੇਰਾ ਪਿਓ ਆਇਆ ਤਾਂ ਉਸਨੇ ਮੇਰੇ ਬਾਰੇ ਪੁੱਛਿਆ ਤਾਂ ਮਾਂ ਨੇ ਪਾਪਾ ਨੂੰ ਸਾਰੀ ਗੱਲ ਦੱਸ ਦਿੱਤੀ। ਤਾਂ ਪਾਪਾ ਮੇਰੇ ਕਮਰੇ ਵਿੱਚ ਆਏ ਤੇ ਪੁੱਛਣ ਲੱਗੇ, ਕੀ ਗੱਲ ਹੈ, ਤੂੰ ਆਪਣੇ ਆਪ ਨੂੰ ਕਮਰੇ ਵਿੱਚ ਕਿਉਂ ਬੰਦ ਕਰਿਆ ਹੈ? ਮੈਂ ਆਪਣੇ ਪਾਪਾ ਨੂੰ ਸਭ ਦੱਸ ਦਿੱਤਾ। ਉਹਨਾਂ ਮੈਨੂੰ ਕਿਹਾ ਕਿ ਧੀਏ, ਮੈਂ ਤਾਂ ਜ਼ੁਬਾਨ ਦੇ ਚੁੱਕਾ ਹਾਂ, ਤੇਰਾ ਵਿਆਹ ਹੁਣ ਉੱਥੇ ਹੀ ਹੋਣਾ ਹੈ ਜਿੱਥੇ ਤੈਅ ਹੋਇਆ ਹੈ। ਮੈਂ ਕਿਹਾ, ਪਾਪਾ, ਮੈਂ ਕਿਤੇ ਹੋਰ ਵਿਆਹ ਨਹੀਂ ਕਰਵਾਉਣਾ। ਮੇਰੇ ਪਾਪਾ ਮੈਨੂੰ ਬਿਨਾਂ ਕੁਝ ਕਹੇ ਬਾਹਰ ਚਲੇ ਗਏ। ਆਪਣੇ ਘਰ ਵਾਲਿਆਂ ਦੇ ਮਨਾ ਕਰਨ ਦੇ ਬਾਵਜੂਦ ਵੀ ਮੈਂ ਉਹਨਾਂ ਨੂੰ ਮਨਾ ਲਿਆ ਸੀ। ਫਿਰ ਮੇਰਾ ਤੇ ਰੋਹਨ ਦਾ ਵਿਆਹ ਹੋ ਗਿਆ। ਮੈਂ ਦੁਲਹਨ ਬਣ ਕੇ ਉਸ ਘਰ ਆ ਗਈ ਸੀ। ਮੇਰੀ ਜ਼ਿੰਦਗੀ ਵਿੱਚ ਬਹੁਤ ਖੁਸ਼ੀਆਂ ਸੀ। ਉਸ ਦੇ ਘਰ ਵਾਲੇ ਬਹੁਤ ਚੰਗੇ, ਉਹ ਮੈਨੂੰ ਬਹੁਤ ਪਿਆਰ ਕਰਦੇ ਸੀ।
ਸਾਡੇ ਵਿਆਹ ਨੂੰ 3 ਸਾਲ ਹੋ ਗਏ ਸਨ, ਪਰ ਸਾਡੇ ਕੋਈ ਬੱਚਾ ਨਹੀਂ ਸੀ ਹੋਇਆ। ਇੱਕ ਦਿਨ ਰੋਹਨ ਦੀ ਮਾਂ ਮੇਰੇ ਕੋਲ ਆ ਕੇ ਕਹਿਣ ਲੱਗੀ, ਪੁੱਤ, ਮੇਰਾ ਦਿਲ ਕਰਦਾ ਸਾਡੇ ਵਿਹੜੇ ਵਿੱਚ ਵੀ ਬੱਚੇ ਦੀ ਰੌਣਕ ਹੋਵੇ। ਤੂੰ ਹਾਲੇ ਮੈਨੂੰ ਇਹ ਖੁਸ਼ੀ ਨਹੀਂ ਦਿੱਤੀ। ਮੈਂ ਚਾਹੁੰਦੀ ਹਾਂ ਕਿ ਤੂੰ ਤੇ ਰੋਹਨ ਡਾਕਟਰ ਕੋਲ ਜਾਓ ਤੇ ਆਪਣਾ ਇਲਾਜ ਕਰਵਾ ਲਓ। ਪਰ ਹੁਣ ਸਾਡੇ ਵਿਆਹ ਨੂੰ 9 ਸਾਲ ਹੋ ਗਏ ਸਨ, ਪਰ ਹਾਲੇ ਵੀ ਬੱਚਾ ਨਹੀਂ ਸੀ ਹੋਇਆ। ਵੱਡੀ ਤੋਂ ਵੱਡੀ ਖੁਸ਼ੀ ਵੀ ਮੇਰੇ ਲਈ ਅਧੂਰੀ ਸੀ। ਬੱਚੇ ਦੀ ਕਮੀ ਮੈਨੂੰ ਅੰਦਰੋਂ ਅੰਦਰ ਖਾ ਰਹੀ ਸੀ। ਇੱਕ ਦਿਨ ਰੋਹਨ ਦੀ ਮਾਂ ਉਸ ਨੂੰ ਦੂਜੇ ਵਿਆਹ ਬਾਰੇ ਸਮਝਾਉਂਦੇ ਹੋਏ ਕਿਹਾ ਕਿ ਮੇਰਾ ਵੀ ਦਿਲ ਕਰਦਾ ਕਿ ਬੱਚੇ ਦੀ ਕਿਲਕਾਰੀ ਸਾਡੇ ਘਰ ਗੂੰਜੇ। ਮੈਂ ਇਹ ਸੁਣ ਕੇ ਸੁੰਨ ਹੋ ਗਈ, ਕਿਉਂਕਿ ਬੱਚੇ ਆਦਮੀ ਦੀ ਕਮਜ਼ੋਰੀ ਹੁੰਦੇ ਹੈ। ਇਸ ਲਈ ਨਾ ਚਾਹੁੰਦੇ ਹੋਏ ਵੀ ਰੋਹਨ ਵਿਆਹ ਕਰਵਾ ਸਕਦਾ ਸੀ, ਪਰ ਉਸ ਨੇ ਆਪਣੀ ਮਾਂ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਅਤੇ ਇਸ ਕੱਚ-ਕੱਚ ਤੋਂ ਦੂਰ ਰਹਿਣ ਲਈ ਅਸੀਂ ਘਰ ਛੱਡ ਦਿੱਤਾ ਤੇ ਅਲੱਗ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ਮੈਂ ਇਹ ਗੱਲ ਮਾਂ ਨੂੰ ਵੀ ਦੱਸੀ ਸੀ ਕਿ ਰੋਹਨ ਮੈਨੂੰ ਬਹੁਤ ਪਿਆਰ ਕਰਦਾ ਹੈ। ਵਿਆਹ ਤੋਂ ਇੰਨੇ ਸਾਲ ਬਾਅਦ ਵੀ ਮੈਂ ਉਹਨਾਂ ਨੂੰ ਕੋਈ ਔਲਾਦ ਨਹੀਂ ਦੇ ਸਕੀ। ਉਹਨਾਂ ਦੇ ਘਰ ਦੇ ਉਸ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਹਨ। ਸਾਡੇ ਘਰ ਰੋਜ਼ ਹੀ ਕਲੇਸ਼ ਹੁੰਦਾ ਸੀ। ਇਸ ਲਈ ਰੋਹਨ ਮੈਨੂੰ ਲੈ ਕੇ ਕਿਰਾਏ ਦੇ ਮਕਾਨ ਵਿੱਚ ਆ ਗਏ। ਮਾਂ ਨੇ ਕਿਹਾ, ਬਹੁਤ ਵਧੀਆ ਗੱਲ ਹੈ, ਤੇਰੀ ਪਸੰਦ ਵਧੀਆ ਹੈ। ਮੈਂ ਹੱਸਣ ਲੱਗੀ। ਸਾਡੀ ਜ਼ਿੰਦਗੀ ਵਧੀਆ ਢੰਗ ਨਾਲ ਚੱਲ ਰਹੀ ਸੀ। ਕਦੀ ਮੈਂ ਰੋਹਨ ਦਾ ਪਿਆਰ ਤੇ ਲਗਾਵ ਦੇਖ ਕੇ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੀ ਸੀ। ਸਾਨੂੰ ਦੇਖ ਕੇ ਇਹ ਲੱਗਦਾ ਸੀ ਕਿ ਜਿਵੇਂ ਅਸੀਂ ਇੱਕ ਦੂਜੇ ਲਈ ਬਣੇ ਹੋਈਏ। ਪਰ ਹੁਣ ਉਸ ਦੇ ਵਰਤਾਵ ਵਿੱਚ ਫਰਕ ਆ ਗਿਆ ਸੀ। ਉਸ ਨੇ ਮੈਨੂੰ ਬੱਚੇ ਦਾ ਤਾਨਾ ਦੇ ਕੇ ਘਰੋਂ ਕੱਢ ਦਿੱਤਾ। ਮੈਂ ਵੀ ਕੀ ਗੱਲਾਂ ਸੋਚਣ ਬਹਿ ਗਈ ਸੀ। ਮੈਂ ਕਮਰੇ ਵਿੱਚੋਂ ਬਾਹਰ ਆਈ ਅਤੇ ਸੋਫੇ ਤੇ ਬਹਿ ਗਈ। ਹੁਣ ਮੈਂ ਉਹ ਰੀਤ ਨਹੀਂ ਸੀ ਜੋ ਗੱਲ-ਗੱਲ ਤੇ ਸਿਰ ਤੇ ਘਰ ਚੁੱਕ ਲੈਂਦੀ ਸੀ। ਹੁਣ ਤਾਂ ਤਲਾਕ ਵਰਗੇ ਬੋਝ ਨੂੰ ਲੈ ਕੇ ਬੈਠੀ ਸੀ। ਮਾਂ ਨੇ ਮੇਰੇ ਮੂੰਹ ਵੱਲ ਧਿਆਨ ਨਾਲ ਦੇਖਿਆ। ਫਿਰ ਅਸੀਂ ਸਭ ਨੇ ਰੋਟੀ ਖਾਈ। ਅਗਲੇ ਦਿਨ ਸਾਡੀ ਨੌਕਰਾਣੀ ਮੈਨੂੰ ਇਕੱਲੇ ਦੇਖ ਕੇ ਉਹੀ ਗੱਲ ਕਹੀ ਕਿ ਤੁਹਾਡੀ ਮਾਂ ਨਹੀਂ, ਡਾਇਣ ਹੈ, ਜਿਸ ਨੇ ਤੁਹਾਡਾ ਘਰ ਹੀ ਖਰਾਬ ਕਰ ਦਿੱਤਾ ਅਤੇ ਰੋਹਨ ਨੇ ਤੈਨੂੰ ਤਲਾਕ ਦੇ ਦਿੱਤਾ ਹੈ। ਅੱਜ ਉਸ ਦੀ ਆਵਾਜ਼ ਬਹੁਤ ਸਖਤ ਸੀ। ਉਹ ਕੁਝ ਬੋਲਦੀ ਮਾਂ ਆ ਗਈ ਸੀ ਅਤੇ ਕਹਿਣ ਲੱਗੀ ਕਿ ਬਹੁਤ ਕੱਪੜੇ ਪਏ ਹਨ, ਜਾ ਜਲਦੀ-ਜਲਦੀ ਧੋ ਲੈ। ਪਰ ਮੈਂ ਉਸ ਦੀਆਂ ਗੱਲਾਂ ਵਿੱਚ ਉਲਝ ਕੇ ਰਹਿ ਗਈ ਸੀ ਕਿ ਇਹ ਸਭ ਕੀ ਹੈ। ਮੇਰੀ ਮਾਂ ਮੇਰੇ ਨਾਲ ਇੱਦਾਂ ਕਿਉਂ ਕਰੂਗੀ? ਮੇਰੀ ਮਾਂ ਨੂੰ ਮੇਰੀਆਂ ਖੁਸ਼ੀਆਂ ਤੋਂ ਕਿਉਂ ਜਲਨ ਹੋਵੇਗੀ? ਮੇਰੀ ਮਾਂ ਤਾਂ ਮੇਰੀ ਖੁਸ਼ੀ ਚਾਹੁੰਦੀ ਹੈ। ਮੇਰੇ ਦਿਲ ਵਿੱਚ ਬਹੁਤ ਸਵਾਲ ਉੱਠ ਰਹੇ ਸੀ। ਪਰ ਜੇ ਮਾਂ ਨੇ ਕੁਝ ਨਾ ਕੀਤਾ ਤਾਂ ਉਹ ਨੀਲਮ ਨੂੰ ਮੇਰੇ ਕਮਰੇ ਵਿੱਚ ਕਿਉਂ ਨਹੀਂ ਆਉਣ ਦਿੰਦੀ? ਜ਼ਰੂਰ ਨੀਲਮ ਕੋਲ ਮਾਂ ਦਾ ਕੋਈ ਰਾਜ਼ ਹੈ। ਮੈਂ ਸੋਚ ਲਿਆ ਸੀ ਕਿ ਮੈਂ ਇਹ ਰਾਜ਼ ਪਤਾ ਕਰਕੇ ਰਹਿਣਾ ਹੈ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਸਵੇਰੇ ਉੱਠੀ ਤਾਂ ਮਾਂ ਦੀ ਸਿਹਤ ਠੀਕ ਨਹੀਂ ਸੀ। ਮਾਂ ਨੂੰ ਪੁੱਛਿਆ, ਮਾਂ ਕੀ ਹੋਇਆ? ਤੁਸੀਂ ਠੀਕ ਹੋ? ਉਹਨਾਂ ਕਿਹਾ ਕਿ ਮੈਂ ਠੀਕ ਨਹੀਂ ਹਾਂ, ਮੇਰੇ ਮਨ ਤੇ ਬੋਝ ਹੈ, ਕੁਝ ਗਲਤ ਹੋਣ ਵਾਲਾ ਹੈ। ਫਿਰ ਉਹ ਬੇਹੋਸ਼ ਹੋ ਗਈ। ਮੈਂ ਮਾਂ ਨੂੰ ਲੈ ਕੇ ਹਸਪਤਾਲ ਗਈ। ਡਾਕਟਰ ਨੇ ਕਿਹਾ ਕਿ ਦਿਲ ਦਾ ਦੌਰਾ ਪਿਆ ਹੈ, ਵਾਲਵ ਬੰਦ ਨੇ, ਇਹਨਾਂ ਦਾ ਆਪਰੇਸ਼ਨ ਹੋਣਾ ਹੈ। ਮੈਂ ਫਾਰਮ ਤੇ ਸਾਈਨ ਕੀਤੇ ਅਤੇ ਘਰ ਪੈਸੇ ਲੈਣ ਆ ਗਈ। ਮੈਂ ਮਾਂ ਦੇ ਕਮਰੇ ਵਿੱਚ ਪੈਸੇ ਲੈਣੇ ਸੀ। ਮੈਂ ਕਮਰੇ ਵਿੱਚ ਗਈ, ਅਲਮਾਰੀ ਖੋਲ੍ਹੀ ਅਤੇ ਉੱਥੇ ਪੈਸੇ ਪਏ ਸੀ। ਮੈਂ ਪੈਸੇ ਲਿੱਤੇ ਅਤੇ ਦੇਖਿਆ ਇੱਕ ਡਾਇਰੀ ਵੀ ਪਈ ਸੀ। ਮੈਂ ਦੇਖਿਆ ਸੀ ਕਿ ਮਾਂ ਇੱਕ ਡਾਇਰੀ ਲਿਖਦੀ ਸੀ, ਪਰ ਜਦੋਂ ਮੈਂ ਉਹਨਾਂ ਕੋਲ ਜਾਂਦੀ ਤਾਂ ਉਹ ਡਾਇਰੀ ਨੂੰ ਛੁਪਾ ਲੈਂਦੀ ਸੀ। ਅੱਜ ਮਾਂ ਦੀ ਉਹ ਡਾਇਰੀ ਮੇਰੇ ਕੋਲ ਸੀ। ਮੈਂ ਡਾਇਰੀ ਖੋਲ੍ਹੀ ਤਾਂ ਪਹਿਲੇ ਪੰਨੇ ਤੇ ਸੀ ਕਿ ਰਾਜ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ, ਪਰ ਮਾਂ ਤੇ ਪਾਪਾ ਵਿੱਚ ਤਾਂ ਬਹੁਤ ਪਿਆਰ ਸੀ। ਫਿਰ ਮੈਂ ਡਾਇਰੀ ਪੜ੍ਹਨ ਲੱਗੀ। ਮੈਂ ਪੰਨੇ ਪੜ੍ਹਦੀ ਜਾ ਰਹੀ ਸੀ। ਮਾਂ ਨੇ ਲਿਖਿਆ ਸੀ ਕਿ ਮੇਰਾ ਵਿਆਹ ਰਾਜ ਨਾਲ ਬਹੁਤ ਮਜਬੂਰੀ ਵਿੱਚ ਹੋਇਆ ਸੀ। ਮੇਰੇ ਮਾਂ-ਪਿਓ ਗਰੀਬ ਸੀ। ਅਸੀਂ 6 ਭੈਣਾਂ ਸੀ। ਸਾਨੂੰ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ। ਰਾਜ ਮੇਰੇ ਨਾਲੋਂ ਉਮਰ ਵਿੱਚ ਵੱਡੇ ਅਤੇ ਇੱਕ ਕੁੜੀ ਦਾ ਪਿਓ ਸੀ। ਰਾਜ ਨੇ ਪਹਿਲੀ ਰਾਤ ਉਸ ਕੁੜੀ ਨੂੰ ਮੇਰੀ ਗੋਦੀ ਵਿੱਚ ਪਾ ਦਿੱਤਾ ਸੀ।
ਮੈਨੂੰ ਉਸ ਕੁੜੀ ਦਾ ਬਹੁਤ ਧਿਆਨ ਰੱਖਣਾ ਪੈਂਦਾ ਸੀ। ਮੈਂ ਰੀਤ ਤੋਂ ਨਫ਼ਰਤ ਕਰਦੀ ਹਾਂ। ਮੈਂ ਰਾਜ ਦੀ ਖੁਸ਼ੀ ਲਈ ਇਹ ਸਭ ਕਰਦੀ ਸੀ। ਇਸ ਗੱਲ ਨੇ ਰਾਜ ਦਾ ਦਿਲ ਜਿੱਤ ਲਿਆ ਸੀ। ਉਸਨੂੰ ਦਿਲ ਤੋਂ ਅਪਣਾ ਲਿਆ ਸੀ। ਉਸ ਦਾ ਪੂਰਾ ਧਿਆਨ ਰੱਖਦੀ ਸੀ। ਏਦਾਂ ਹੀ ਦਿਨ ਬੀਤ ਗਏ। ਹੁਣ ਰੀਤ ਵੱਡੀ ਹੋ ਗਈ ਸੀ। ਅਸੀਂ ਉਸ ਦੇ ਵਿਆਹ ਬਾਰੇ ਸੋਚ ਰਹੇ ਸੀ। ਮੈਂ ਉਸ ਦਾ ਰਿਸ਼ਤਾ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਨਾਲ ਤੈਅ ਕਰ ਦਿੱਤਾ ਸੀ, ਜੋ ਕਿ ਨਸ਼ਾ ਕਰਦਾ ਸੀ, ਕਿਉਂਕਿ ਰਾਜ ਨੇ ਰੀਤ ਕਰਕੇ ਹੀ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਸੀ। ਉਸ ਦੇ ਹੀ ਕਿਸੇ ਦੋਸਤ ਨੇ ਕਿਹਾ ਸੀ ਕਿ ਰਾਜ ਨੇ ਮੈਨੂੰ ਖਾਣੇ ਵਿੱਚ ਇਹੋ ਜਿਹੀ ਗੋਲੀ ਦਿੱਤੀ ਸੀ, ਜਿਸ ਨਾਲ ਮੈਂ ਮਾਂ ਨਾ ਬਣ ਸਕਾਂ। ਫਿਰ ਰੀਤ ਨੇ ਆਪਣੇ ਲਈ ਰੋਹਨ ਲੱਭ ਕੇ ਮੇਰੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਉਸ ਦਿਨ ਮੈਂ ਉਸ ਨੂੰ ਥੱਪੜ ਵੀ ਮਾਰਿਆ ਸੀ। ਰੀਤ ਨੇ ਆਪਣੇ ਵਿਆਹ ਲਈ ਆਪਣੇ ਪਿਓ ਨੂੰ ਮਨਾ ਲਿਆ ਸੀ। ਫਿਰ ਮੈਨੂੰ ਤਾਂ ਲੱਗਾ ਕਿ ਉਹ ਤਾਂ ਆਪਣੇ ਘਰ ਬਹੁਤ ਖੁਸ਼ ਹੈ। ਮੇਰੇ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ। ਉਸ ਦਾ ਘਰ ਸਾਡੇ ਘਰ ਤੋਂ ਕੁਝ ਖਾਸ ਦੂਰ ਨਹੀਂ ਸੀ। ਮੈਂ ਰੀਤ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਨੂੰ ਖੂਬ ਪੈਸੇ ਦਿੱਤੇ ਅਤੇ ਉਸ ਨੂੰ ਇੱਕ ਗੋਲੀ ਦਿੱਤੀ ਤੇ ਕਿਹਾ ਕਿ ਇਹ ਗੋਲੀ ਰੀਤ ਦੇ ਖਾਣੇ ਵਿੱਚ ਪਾ ਦੇਵੀਂ। ਉਸ ਨੇ ਇਦਾਂ ਹੀ ਕੀਤਾ। ਮੈਨੂੰ ਇਹ ਸੀ ਕਿ ਜਿੱਦਾਂ ਮੈਂ ਔਲਾਦ ਲਈ ਤੜਫ ਰਹੀ ਹਾਂ, ਰੀਤ ਵੀ ਉਸੇ ਤਰ੍ਹਾਂ ਤੜਪੇ। ਮਾਂ ਤਾਂ ਨਹੀਂ ਬਣੀ ਸੀ ਰੀਤ, ਪਰ ਰੋਹਨ ਦੇ ਪਿਆਰ ਵਿੱਚ ਕੋਈ ਕਮੀ ਨਾ ਆਈ। ਉਹ ਉਸ ਦਾ ਸਾਥ ਪਹਿਲਾਂ ਨਾਲੋਂ ਵੀ ਜ਼ਿਆਦਾ ਦਿੰਦਾ। ਫਿਰ ਇੱਕ ਦਿਨ ਮੈਂ ਰੋਹਨ ਨੂੰ ਘਰ ਬੁਲਾਇਆ ਅਤੇ ਰੀਤ ਦੀ ਝੂਠੀ ਰਿਪੋਰਟ ਉਸ ਦੇ ਸਾਹਮਣੇ ਰੱਖੀ ਕਿ ਉਸ ਨੇ ਕਈ ਵਾਰ ਅਬੋਰਸ਼ਨ ਕਰਵਾਇਆ ਹੈ। ਉਹ ਮਾਂ ਨਾ ਬਣਨ ਦੀ ਦਵਾਈ ਵੀ ਖਾਂਦੀ ਹੈ, ਕਿਉਂਕਿ ਉਸ ਨੂੰ ਇਹ ਹੈ ਕਿ ਉਸ ਦੀ ਖੂਬਸੂਰਤੀ ਖਰਾਬ ਹੋ ਜਾਵੇਗੀ। ਜਦੋਂ ਇੱਥੇ ਆਉਂਦੀ ਹੈ ਤਾਂ ਉਸ ਦੇ ਬਹੁਤ ਦੋਸਤ ਉਸ ਨੂੰ ਮਿਲਣ ਆਉਂਦੇ ਨੇ ਤੇ ਉਸ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਨੇ। ਰੋਹਨ ਨੇ ਕਿਹਾ ਕਿ ਉਹ ਤੁਹਾਡੀ ਧੀ ਹੈ, ਤੁਸੀਂ ਮੈਨੂੰ ਇਹ ਸਭ ਕਿਉਂ ਦੱਸ ਰਹੇ ਹੋ? ਮੈਂ ਕਿਹਾ ਕਿ ਭਾਵੇਂ ਰੀਤ ਮੇਰੀ ਧੀ ਹੈ, ਮੈਂ ਉਸ ਦੀ ਮਾਂ ਹਾਂ, ਪਰ ਮੇਰੇ ਤੋਂ ਹੁਣ ਬਰਦਾਸ਼ਤ ਨਹੀਂ ਹੁੰਦਾ ਕਿ ਉਹ ਤੁਹਾਨੂੰ ਧੋਖਾ ਦੇਵੇ। ਇਸ ਲਈ ਮੇਰਾ ਫਰਜ਼ ਹੈ ਤੁਹਾਨੂੰ ਦੱਸਣਾ, ਤਾਂ ਜੋ ਤੁਸੀਂ ਉਸ ਨੂੰ ਸਮਝਾ ਦੇਵੋ। ਪਰ ਤੀਰ ਨਿਸ਼ਾਨੇ ਤੇ ਸੀ। ਰੋਹਨ ਨੇ ਰੀਤ ਨੂੰ ਤਲਾਕ ਦੇ ਦਿੱਤਾ ਸੀ। ਮੇਰਾ ਬਦਲਾ ਪੂਰਾ ਹੋ ਗਿਆ ਸੀ, ਪਰ ਮੈਨੂੰ ਰੀਤ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਮੈਂ ਆਪਣੇ ਬਦਲੇ ਪਿੱਛੇ ਉਸ ਦੀ ਜ਼ਿੰਦਗੀ ਖਰਾਬ ਕਰ ਦਿੱਤੀ। ਇੱਕ ਮਰਦ ਦਾ ਬਦਲਾ ਉਸ ਦੀ ਧੀ ਤੋਂ ਲਿਆ, ਕਿਸ ਨੂੰ ਮੈਂ ਆਪਣੀ ਧੀ ਵਾਂਗ ਪਾਲਿਆ ਸੀ। ਮੈਂ ਹੁਣ ਮਾਫ਼ੀ ਵੀ ਨਹੀਂ ਸੀ ਮੰਗ ਸਕਦੀ। ਅੱਗੇ ਡਾਇਰੀ ਖਾਲੀ ਸੀ। ਉਸ ਦਿਨ ਮੈਂ ਬਹੁਤ ਰੋਈ ਸੀ। ਮੈਂ ਜਲਦੀ ਨਾਲ ਹਸਪਤਾਲ ਗਈ। ਪਤਾ ਲੱਗਾ ਕਿ ਮਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ। ਮੈਂ ਮਾਂ ਨੂੰ ਆਪਣੇ ਦਿਲ ਤੋਂ ਮਾਫ਼ ਕਰ ਦਿੱਤਾ ਸੀ, ਕਿਉਂਕਿ ਗਲਤੀ ਉਸ ਦੀ ਵੀ ਨਹੀਂ ਸੀ। ਗਲਤੀ ਤਾਂ ਪਾਪਾ ਦੀ ਸੀ, ਜਿਸ ਦੀ ਸਜ਼ਾ ਉਹ ਬਿਸਤਰ ਤੇ ਪਏ ਕੱਟ ਰਹੇ ਸਨ। ਮੈਂ ਰੋਹਨ ਨੂੰ ਡਾਇਰੀ ਦਿਖਾਈ ਤੇ ਉਸ ਨੇ ਡਾਇਰੀ ਪੜ੍ਹੀ ਅਤੇ ਉੱਚੀ-ਉੱਚੀ ਰੋਣ ਲੱਗਾ। ਉਹ ਆਪਣੇ ਕੀਤੇ ਤੇ ਸ਼ਰਮਿੰਦਾ ਸੀ ਤੇ ਕਹਿਣ ਲੱਗਾ, ਮੈਨੂੰ ਮਾਫ਼ ਕਰ ਦੇ। ਮੈਂ ਉਸ ਨੂੰ ਮਾਫ਼ ਕਰ ਦਿੱਤਾ। ਮੈਨੂੰ ਫਿਰ ਤੋਂ ਉਸ ਨੇ ਅਪਣਾ ਲਿਆ, ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।